ਸਤਿ ਸ਼੍ਰੀ ਅਕਾਲ ਜੀ। ਅੱਜ ਤੋਂ ਪਹਿਲਾਂ ਵਾਲੇ ਲੈਕਚਰ ਦੇ ਵਿੱਚ ਅਸੀਂ ਸੰਨਿਆਸੀਆਂ ਨੇ ਈਰਾਨੀ ਮਾਰਨੇ ਤੇ ਨਾਦਰ ਸ਼ਾਹ ਦੀ ਚੜ੍ਹਾਈ ਇਸ ਸਿਰਲੇਖ ਬਾਰੇ ਚਰਚਾ ਕੀਤੀ। ਅੱਜ ਸਾਡਾ ਚਰਚਾ ਦਾ ਵਿਸ਼ਾ ਰਹੇਗਾ ਕਰਨਾਲ ਦੀ ਲੜਾਈ। ਦੋਹੀਂ ਦਲੀ ਮੁਕਾਬਲੇ ਰਣਸੂਰੇ ਗੜਕਨ, ਚੜ ਤੋਫਾਂ ਗੱਡੀ ਢੁੱਕੀਆਂ ਲੱਖ ਸੰਗਲ ਖੜਕਨ। ਨਜ਼ਾਬਤ ਦੀ ਵਾਰ ਨਾਦਰ ਸ਼ਾਹ, ਜਿਸ ਦਾ ਸਿਰਲੇਖ ਹੈ ਕਰਨਾਲ ਦੀ ਲੜਾਈ। ਇਸ ਵਾਰ ਵਿੱਚ ਕਵੀ ਨੇ ਨਾਦਰ ਸ਼ਾਹ ਈਰਾਨੀ ਤੇ ਮੁਹੰਮਦ ਸ਼ਾਹ ਰੰਗੀਲੇ ਦੀ ਕਰਨਾਲ ਦੇ ਮੈਦਾਨ ਵਿੱਚ ਹੋਈ ਲੜਾਈ ਦਾ ਵਰਣਨ ਕੀਤਾ ਹੈ। ਕਵੀ ਨਜ਼ਾਬਤ ਆਖਦਾ ਹੈ, ਦੋਹੀਂ ਦਲੀ ਮੁਕਾਬਲੇ ਰਣਸੂਰੇ ਗੜਕਨ। ਲੜਾਈ ਦੇ ਮੈਦਾਨ ਵਿੱਚ ਨਾਦਰ ਸ਼ਾਹ ਈਰਾਨੀ ਤੇ ਮੁਹੰਮਦ ਸ਼ਾਹ ਰੰਗੀਲੇ ਦੀਆਂ ਫੌਜਾਂ ਦਾ ਆਮੋ ਸਾਹਮਣੇ ਮੁਕਾਬਲਾ ਹੋ ਰਿਹਾ ਸੀ। ਦੋਹਾਂ ਧਿਰਾਂ ਦੇ ਸੂਰਮੇ ਰਣ ਭੂਮੀ ਦੇ ਵਿੱਚ ਗਰਜ ਰਹੇ ਸਨ। ਚੜ ਤੋਫਾਂ ਗੱਡੀ ਢੁੱਕੀਆਂ ਤੇ ਗੱਡੀਆਂ ਦੇ ਉੱਪਰ ਲੱਦੀਆਂ ਹੋਈਆਂ ਤੋਪਾਂ ਨੂੰ ਮੈਦਾਨ ਵਿੱਚ ਲਿਆਂਦਾ ਗਿਆ। ਲੱਖਾਂ ਹੀ ਸੰਗਲ, ਜਿਨ੍ਹਾਂ ਨਾਲ ਕਿ ਉਹ ਤੋਪਾਂ ਬੰਨੀਆਂ ਹੋਈਆਂ ਸਨ, ਆਪਸ ਦੇ ਵਿੱਚ ਖੜਕ ਰਹੀਆਂ ਸਨ। ਉਹ ਦਾਰੂ ਖਾਂਦੀਆਂ ਕੋਇਲੀਆਂ, ਦਾਰੂ ਹੁੰਦਾ ਬਾਰੂਦ, ਕੋਇਲੀਆਂ ਦੀਆਂ ਬੋਰੀਆਂ, ਮਨ ਗੋਲੇ ਰੜਕਣ। ਉਹਨਾਂ ਵਿੱਚ ਬੋਰੀਆਂ ਭਰ ਕੇ ਬਾਰੂਦ ਪਾਇਆ ਹੋਇਆ ਸੀ, ਭਾਵ ਉਹਨਾਂ ਵਿੱਚ ਮਣ ਦੀ ਬਾਰੂਦ ਦੀ ਬੋਰੀ ਪੈਂਦੀ ਸੀ ਅਤੇ ਮਣ ਦੇ ਗੋਲੇ ਛੱਡ ਰਹੀਆਂ ਸੀ। ਉਹ ਦਾਗ ਪਲੀਤੇ ਛੱਡੀਆਂ ਵਾਂਗ ਬੱਦਲ ਕੜਕਣ। ਜਦੋਂ ਉਹਨਾਂ ਦੇ ਪਲੀਤਿਆਂ ਨੂੰ ਅੱਗ ਲਾਈ ਜਾਂਦੀ ਤਾਂ ਉਹ ਬੱਦਲ ਦੇ ਵਾਂਗ ਗਰਜ ਪੈਦਾ ਕਰਦੀਆਂ ਸਨ। ਜਿਉਂ ਦਰ ਖੁੱਲੇ ਦੋਜ਼ਕਾਂ, ਮੂੰਹ ਭਾਈ ਭੜਕਣ। ਜਿਉਂ ਝਾਂਬੇ ਮਾਰੇ ਪੰਖ ਨੂੰ ਵਿੱਚ ਬਾਗਾਂ ਫੜਕਣ। ਕਵੀ ਨਜ਼ਾਬਤ ਆਖਦਾ ਹੈ, ਲੜਾਈ ਦੇ ਮੈਦਾਨ ਵਿੱਚ ਨਾਦਰ ਸ਼ਾਹ ਈਰਾਨੀ ਤੇ ਮੁਹੰਮਦ ਸ਼ਾਹ ਰੰਗੀਲੇ ਦੀਆਂ ਫੌਜਾਂ ਦਾ ਆਮੋ ਸਾਹਮਣੇ ਮੁਕਾਬਲਾ ਹੋ ਰਿਹਾ ਸੀ। ਤੋਪਾਂ ਚੱਲ ਰਹੀਆਂ ਸਨ। ਉਹਨਾਂ ਦੇ ਮੂੰਹ ਵਿੱਚੋਂ ਮੂੰਹ ਭਾਈ ਭੜਕਣ, ਮੂੰਹ ਭਾਈ ਹੁੰਦਾ ਅੱਗ। ਉਹਨਾਂ ਦੇ ਮੂੰਹਾਂ ਵਿੱਚੋਂ ਅੱਗ ਇਉਂ ਬਾਹਰ ਨਿਕਲਦੀ ਸੀ ਜਿਵੇਂ ਨਰਕ ਦਾ ਬੂਹਾ ਖੁੱਲ੍ਹਣ 'ਤੇ ਉਸ ਵਿੱਚੋਂ ਅੱਗ ਦੀਆਂ ਲਾਟਾਂ ਬਾਹਰ ਆਉਂਦੀਆਂ ਹਨ। ਜਿਉਂ ਝਾਬੇ ਮਾਰੇ ਪੰਖ ਨੂੰ ਵਿੱਚ ਬਾਗਾਂ ਫੜਕਣ। ਇਹਨਾਂ ਦੇ ਗੋਲਿਆਂ ਨਾਲ ਸੂਰਮੇ ਇਸ ਤਰ੍ਹਾਂ ਫੁੜਕ ਕੇ ਡਿੱਗ ਰਹੇ ਸਨ ਜਿਵੇਂ ਜ਼ੋਰਦਾਰ ਝੱਖੜ ਦੇ ਨਾਲ ਪੰਛੀ ਧਰਤੀ ਦੇ ਉੱਤੇ ਡਿੱਗ ਰਹੇ ਹੋਣ। ਝੜੇ ਤੁਰਟੇ ਹੰਬਲਾ ਵਾਂਗ ਮੱਛਾਂ ਤੜਫਣ। ਕਹਿੰਦੇ ਰਣ ਭੂਮੀ ਵਿੱਚ ਫੌਜੀ ਜ਼ਖਮੀ ਹੋ ਕੇ ਧਰਤੀ 'ਤੇ ਡਿੱਗ ਕੇ ਇਉਂ ਤੜਫ ਰਹੇ ਸਨ ਜਿਵੇਂ ਪਾਣੀ ਤੋਂ ਬਿਨਾਂ ਮੱਛੀਆਂ ਤੜਫਦੀਆਂ ਹਨ। ਜਿਉਂ ਝੱਲੀ ਅੱਗਾਂ ਲੱਗੀਆਂ ਰਣਸੂਰੇ ਤੜਕਣ। ਯੁੱਧ ਦੇ ਮੈਦਾਨ ਵਿੱਚ ਸੂਰਮੇ ਇਸ ਤਰ੍ਹਾਂ ਮਰ ਰਹੇ ਸਨ ਜਿਸ ਤਰ੍ਹਾਂ ਜੰਗਲ ਨੂੰ ਅੱਗ ਲੱਗਣ ਨਾਲ ਸਭ ਕੁਝ ਤਿੜ ਕਰਕੇ ਸੜ ਜਾਂਦਾ ਹੈ। ਜਿਉਂ ਝੱਲੀ ਅੱਗਾਂ ਲੱਗੀਆਂ ਰਣਸੂਰੇ ਤੜਕਣ। ਉਹ ਹਸਰ ਦਿਹਾੜਾ ਵੇਖ ਕੇ ਦਲ ਦੋਵੇਂ ਧੜਕਣ। ਕਹਿੰਦੇ ਰਣ ਭੂਮੀ ਵਿੱਚ ਅਣਗਿਣਤ ਸੂਰਮੇ ਮੌਤ ਦੇ ਮੂੰਹ ਵਿੱਚ ਜਾ ਰਹੇ ਸਨ। ਇਹ ਪਰਲੋ ਦਾ ਦਿਨ ਵੇਖ ਕੇ ਦੋਹਾਂ ਧਿਰਾਂ ਦੇ ਫੌਜੀਆਂ ਦੇ ਦਿਲ ਧੜਕ ਰਹੇ ਸਨ, ਭਾਵ ਇਸ ਭਿਆਨਕ ਲੜਾਈ ਵਿੱਚ ਹੋ ਰਹੀ ਮਾਰ ਵੱਢ ਦੋਹਾਂ ਦਲਾਂ ਵਿੱਚ ਭਿਆਨਕ ਦ੍ਰਿਸ਼ ਅਤੇ ਡਰ ਪੈਦਾ ਕਰ ਰਹੀ ਸੀ। ਧਰਗਾਂ ਦਿਆਂ ਤਰਵਾਨਾਂ ਮਾਰੂ ਵੱਜਿਆ, ਘੂਕਰ ਕੱਤੀ ਬਾਨਾ। ਰਨ ਵਿੱਚ ਆਣ ਕੇ ਹਥਿਆਰ ਵੱਡਾ ਜਰਵਾਨਾ, ਬੇਹੱਦ ਮਖੌਲੀਆ ਉਹ ਐਰਨਵਾਦ ਵਦਾਨਾ ਸਿਰ 'ਤੇ ਕੜਕਿਆ। ਕਵੀ ਨਜ਼ਾਬਤ ਆਖਦਾ ਕਿ ਲੜਾਈ ਦੇ ਮੈਦਾਨ ਵਿੱਚ ਨਾਦਰ ਸ਼ਾਹ ਈਰਾਨੀ ਤੇ ਮੁਹੰਮਦ ਸ਼ਾਹ ਰੰਗੀਲੇ ਦੀਆਂ ਫੌਜਾਂ ਦਾ ਜਦੋਂ ਆਮਨੇ ਸਾਹਮਣੇ ਮੁਕਾਬਲਾ ਹੋ ਰਿਹਾ ਸੀ, ਜਦੋਂ ਧਰਗਾਂ ਦਿਆਂ ਤਰੇਵਾਨਾਂ ਨਗਾਰਚੀਆਂ ਨੇ ਨਗਾਰਿਆਂ ਦੇ ਉੱਤੇ ਸੱਟਾਂ ਮਾਰੀਆਂ ਤਾਂ ਸਾਰੇ ਵਾਤਾਵਰਨ ਵਿੱਚ ਇੱਕ ਭਿਆਨਕ ਮਾਰੂ ਰਾਗ ਦਾ ਨਾਮ ਹੈ, ਮਾਰੂ ਰਾਗ ਗੂੰਜ ਉੱਠਿਆ। ਇੱਧਰੋਂ ਉੱਧਰੋਂ ਮੈਦਾਨ ਵਿੱਚ ਘੂਕਰ ਕੱਤੀ ਬਾਨਾ ਤੀਰ ਰਨ ਵਿੱਚ ਆਣ ਕੇ ਇੱਧਰੋਂ ਉੱਧਰੋਂ ਮੈਦਾਨ ਵਿੱਚ ਤੀਰਾਂ ਦੀ ਵਰਖਾ ਹੋ ਰਹੀ ਸੀ। ਉਹਨਾਂ ਦੇ ਚੱਲਣ ਦੀ ਆਵਾਜ਼ ਇੱਕ ਘੂਕਰ ਪੈਦਾ ਕਰ ਰਹੀ ਸੀ। ਇਸ ਤੋਂ ਇਲਾਵਾ ਹੋਰ ਵੀ ਬੜੇ ਜ਼ੋਰਦਾਰ ਹਥਿਆਰ ਵੱਡਾ ਜਰਵਾਨਾ, ਬੇਹੱਦ ਮਖੌਲੀਆ ਉਹ ਐਰਨਵਾਦ ਵਦਾਨਾ ਸਿਰ 'ਤੇ ਕੜਕਿਆ। ਕਹਿੰਦੇ ਉਹਨਾਂ ਦੇ ਚੱਲਣ ਦੀ ਆਵਾਜ਼ ਇੱਕ ਘੂਕਰ ਪੈਦਾ ਕਰ ਰਹੀ ਸੀ। ਇਸ ਤੋਂ ਇਲਾਵਾ ਹੋਰ ਵੀ ਬੜੇ
ਬੜੇ ਜ਼ੋਰਦਾਰ ਅਤੇ ਜਾਨ ਨੂੰ ਮਖੌਲਾ ਕਰਨ ਵਾਲੇ ਹਥਿਆਰ ਚੱਲ ਰਹੇ ਸਨ। ਉਹ ਐਰਨਵਾਦ ਵਧਾਨਾ ਸਿਰ ਤੇ ਕੜਕਿਆ। ਉਹਨਾਂ ਹਥਿਆਰਾਂ ਦੀ ਆਵਾਜ਼ ਇਉਂ ਆ ਰਹੀ ਸੀ ਜਿਵੇਂ ਐਰਨ ਉੱਤੇ ਜ਼ੋਰ ਨਾਲ ਹਥੌੜਾ ਵੱਜਦਾ ਹੈ। ਲੜਾਈ ਦੇ ਮੈਦਾਨ ਵਿੱਚ ਤਿੱਖੇ ਹਥਿਆਰ ਵੈਰੀ ਜਵਾਨਾਂ ਦੇ ਸਰੀਰਾਂ ਨੂੰ ਇੰਜ ਵੱਢ ਟੁੱਕ ਤੇ ਛਿੱਲ ਰਹੇ ਸਨ ਜਿਵੇਂ ਢਾਹੇ ਬਾਗ ਤਰਖਾਨਾ ਤੱਛਣ ਗੋਲੀਆਂ। ਜਿਵੇਂ ਤਰਖਾਨ ਬਾਗਾਂ ਦੇ ਰੁੱਖਾਂ ਨੂੰ ਵੱਢ ਕੇ ਉਹਨਾਂ ਵਿੱਚੋਂ ਵੱਡੀਆਂ ਵੱਡੀਆਂ ਗੋਲੀਆਂ ਕੱਢ ਕੇ ਉਹਨਾਂ ਦੇ ਢੇਰ ਲਾ ਰਿਹਾ ਹੋਵੇ। ਉੱਡ ਜਾਂਦੇ ਨੈਣ ਪਰਾਨਾ ਮੁਨਸਾਂ ਤੇ ਘੋੜਿਆਂ। ਇਹਨਾਂ ਹਥਿਆਰਾਂ ਦੀ ਮਾਰ ਪੈਂਦਿਆਂ ਹੀ ਘੋੜ ਸਵਾਰਾਂ ਅਤੇ ਘੋੜਿਆਂ ਦੇ ਪ੍ਰਾਣ ਉੱਡ ਰਹੇ ਸਨ। ਭਾਵ ਹਥਿਆਰਾਂ ਦੇ ਵਾਰ ਨਾਲ ਘੋੜੇ 'ਤੇ ਸਵਾਰ ਸਦਾ ਦੀ ਨੀਂਦ ਸੌਂ ਜਾਂਦੇ ਸਨ। ਧਰਗਾਂ ਦਿਆਂ ਧਰਵਾਨਾ ਮਾਰੂ ਵੱਜਿਆ, ਜੁੜੀਆਂ ਆਨ ਕੰਧਾਰਾਂ ਗੱਜਣ ਸੂਰਮੇ। ਜੇਠ ਕਲਰ ਲਿਸ਼ਕਾਰਾ ਭੜਕਣ ਭੱਠ ਜਿਉਂ, ਸਹਿਜਾਤੀ ਤਲਵਾਰਾਂ ਲਿਸ਼ਕਣ ਬਿਜਲੀਆਂ। ਕਵੀ ਨਜ਼ਾਬਤ ਦੱਸਦਾ ਕਿ ਲੜਾਈ ਦੇ ਮੈਦਾਨ ਵਿੱਚ ਜਦੋਂ ਦੋਹਾਂ ਧਿਰਾਂ ਦਾ ਮੁਕਾਬਲਾ ਹੋ ਰਿਹਾ ਸੀ, ਉਦੋਂ ਧਰਗਾਂ ਦਿਆਂ ਧਰਵਾਨਾ ਮਾਰੂ ਵੱਜਿਆ। ਕਹਿੰਦੇ ਨਗਾਰਚੀਆਂ ਨੇ ਨਗਾਰਿਆਂ ਉੱਤੇ ਸੱਟ ਮਾਰੀ ਤਾਂ ਸਾਰੇ ਵਾਤਾਵਰਨ ਵਿੱਚ ਇੱਕ ਭਿਆਨਕ ਮਾਰੂ ਰਾਗ ਗੂੰਜ ਉੱਠਿਆ। ਜੁੜੀਆਂ ਆਨ ਕੰਧਾਰਾਂ ਗੱਜਣ ਸੂਰਮੇ। ਲੜਾਈ ਦੇ ਮੈਦਾਨ ਭੱਠੇ ਦੇ ਵਾਂਗ ਮੱਘਿਆ ਹੋਇਆ ਸੀ। ਜੇਠ ਕਲਰ ਲਿਸ਼ਕਾਰਾ ਭੜਕਣ ਭੱਠ ਜਿਉਂ, ਸਹਿਜਾਤੀ ਤਲਵਾਰਾਂ ਲਿਸ਼ਕਣ ਬਿਜਲੀਆਂ। ਤਲਵਾਰਾਂ ਇੰਜ ਲਿਸ਼ਕ ਰਹੀਆਂ ਸਨ ਜਿਵੇਂ ਜੇਠ ਦੇ ਮਹੀਨੇ ਵਿੱਚ ਕਲਰ ਲਿਸ਼ਕਦਾ ਹੈ। ਸਹਿਜਾਤੀ ਤਲਵਾਰਾਂ ਲਿਸ਼ਕਣ ਬਿਜਲੀਆਂ। ਖਾਨ ਦੋਰਾ ਕਰੇ ਵੰਗਾਰਾਂ, ਸੱਦ ਸਿਪਾਹੀਆਂ ਮੁਜ਼ੱਫਰ ਛੋੜ ਅਸਵਾਰਾਂ, ਰਲਿਆ ਬੀਰ ਖੇਤ। ਕਹਿੰਦੇ ਵੀਰ ਜਵਾਨਾਂ ਦੇ ਹੱਥਾਂ ਵਿੱਚ ਫੜੀਆਂ ਅਤੇ ਘੁੰਮਦੀਆਂ ਹੋਈਆਂ ਤਲਵਾਰਾਂ ਬਿਜਲੀ ਦੇ ਵਾਂਗ ਲਿਸ਼ਕਾਰੇ ਮਾਰ ਰਹੀਆਂ ਸਨ। ਮੁਗਲ ਫੌਜਾਂ ਦੇ ਸਰਦਾਰ ਖਾਨ ਦੋਰਾ ਨੇ ਜਦੋਂ ਆਪਣੇ ਸੂਰਮੇ ਸਿਪਾਹੀਆਂ ਨੂੰ ਬੁਲਾ ਕੇ ਵੰਗਾਰਿਆ ਤਾਂ ਉਸਦਾ ਵੱਡਾ ਭਰਾ ਆਪਣੇ ਸਵਾਰਾਂ ਨੂੰ ਛੱਡ ਕੇ ਰਣ ਭੂਮੀ ਦੇ ਵਿੱਚ ਕੁੱਦ ਪਿਆ ਤੇ ਇੱਕ ਹੋਰ ਮੁਗਲ ਸਰਦਾਰ ਸਦਾਦ ਖਾਂ ਵੈਰੀਆਂ ਦੇ ਦਲ ਦੇ ਉੱਤੇ ਇਸ ਤਰ੍ਹਾਂ ਟੁੱਟ ਪਿਆ ਜਿਸ ਤਰ੍ਹਾਂ ਬਾਜ਼ ਕੀ ਹੈ ਪੰਛੀਆਂ ਦੇ ਡਾਰ ਦੇ ਉੱਤੇ ਝਪਟ ਪੈਂਦਾ ਹੈ। ਜਿਵੇਂ ਬਾਜ਼ ਪਿਆ ਵਿੱਚ ਡਾਰਾਂ ਰਨ ਸਦਾਦ ਖਾਂ। ਕਹਿੰਦੇ ਰਣ ਭੂਮੀ ਦੇ ਵਿੱਚ ਵੈਰੀਆਂ ਦੇ ਉੱਤੇ ਇਸ ਤਰ੍ਹਾਂ ਵਾਰ ਕੀਤਾ। ਇਸ ਦੇ ਵਿੱਚ ਜੋ ਮੁਗਲ ਸਰਦਾਰ ਸਦਾਦ ਖਾਂ ਹੈ ਉਹ ਵੈਰੀਆਂ ਉੱਤੇ ਇਸ ਤਰ੍ਹਾਂ ਟੁੱਟਦਾ ਹੈ ਜਿਵੇਂ ਇੱਕ ਬਾਜ਼ ਪੰਛੀਆਂ ਦੇ ਡਾਰ ਉੱਤੇ ਝਪਟ ਪੈਂਦਾ ਹੈ। ਤਲਵਾਰਾਂ ਦੀਆਂ ਛਬਕਾਰਾਂ ਵਸੇ ਮੀਂਹ ਜਿਉਂ। ਨਜ਼ਾਬਤ ਕਹਿੰਦਾ ਹੈ ਕਿ ਤਲਵਾਰਾਂ ਚੱਲਣ ਦੀ ਆਵਾਜ਼ ਇੰਝ ਆ ਰਹੀ ਸੀ ਜਿਵੇਂ ਮੀਂਹ ਪੈ ਰਿਹਾ ਹੋਵੇ। ਤੇਜ਼ੀ ਦੇ ਨਾਲ ਚੱਲ ਰਹੀਆਂ ਤਲਵਾਰਾਂ ਦੋ ਧੜ ਕਰਨ ਬਹਾਦਰਾਂ ਵਾਹਨ ਸਰ ਵਾਹੀਆਂ। ਬਹਾਦਰ ਜਵਾਨਾਂ ਦੇ ਸਿਰ ਧੜ ਦੇ ਨਾਲੋਂ ਜੁਦਾ ਕਰ ਰਹੀਆਂ ਸਨ। ਧਰਤੀ 'ਤੇ ਬਹਾਦਰਾਂ ਦੇ ਲੱਥੇ ਹੋਏ ਸਿਰ ਇੰਝ ਪਏ ਸਨ ਜਿਵੇਂ ਟਿੰਡਾਂ ਲਾ ਘੁਮਿਆਰਾਂ ਧਰੀਆਂ ਚੌਂਕ 'ਤੇ। ਜਿਵੇਂ ਕਿਸੇ ਘੁਮਿਆਰ ਨੇ ਚੱਕ ਉੱਤੋਂ ਟਿੰਡਾਂ ਲਾ ਕੇ ਰੱਖੀਆਂ ਹੋਣ ਜਾਂ ਫਿਰ ਉਹ ਇੰਝ ਜਾਪਦੇ ਸਨ ਜਿਵੇਂ ਕਿ ਬਾਜ਼ਾਰ ਵਿੱਚ ਵਿਕਦੇ ਤਰਬੂਜ਼ਾਂ ਦੀਆਂ ਢੇਰੀਆਂ ਲੱਗੀਆਂ ਹੋਣ। ਤਿਵੇਂ ਸਿਰੀਆਂ ਬੇਸ਼ੁਮਾਰਾਂ ਘੱਟੇ ਰੁਲਦੀਆਂ ਜਾਂ ਤਰਬੂਜ਼ ਬਾਜ਼ਾਰਾਂ ਦਿਸਣ ਢੇਰੀਆਂ। ਕਵੀ ਜੰਗ ਦੇ ਮੈਦਾਨ ਵਿੱਚ ਸੂਰਮਿਆਂ ਦੇ ਲੱਥੇ ਹੋਏ ਸਿਰਾਂ ਦੀ ਜਿਹੜੀ ਉਪਮਾ ਹੈ ਉਹ ਘੁਮਿਆਰ ਦੀਆਂ ਚੱਕ ਤੋਂ ਲਹਿ ਰਹੀਆਂ ਟਿੰਡਾਂ ਅਤੇ ਬਾਜ਼ਾਰਾਂ ਦੇ ਵਿੱਚ ਵਿਕਦੇ ਹੋਏ ਤਰਬੂਜ਼ਾਂ ਦੇ ਢੇਰ ਦੇ ਨਾਲ ਕਰਦਾ ਹੈ। ਕਹਿੰਦੇ ਬਾਜ਼ਾਰ ਦੇ ਵਿੱਚ ਵਿਕਦੇ ਹੋਏ ਤਰਬੂਜ਼ਾਂ ਦੀਆਂ ਜਿਵੇਂ ਢੇਰੀਆਂ ਲੱਗੀਆਂ ਹੋਣ, ਇਸੇ ਤਰ੍ਹਾਂ ਦੋਨਾਂ ਧਿਰਾਂ ਦੇ ਵਿਚਕਾਰ ਯੁੱਧ ਹੋ ਰਿਹਾ ਸੀ। ਉਹਨਾਂ ਕੀਤੀ ਵੱਢ ਹਥਿਆਰਾਂ 7.5 ਕੋਂ, ਜਿਉਂ ਖਾਧੀ ਭਾਂਜ ਕੁਫਾਰਾਂ ਅੱਗੇ ਅਲੀ ਦੇ। ਨਜ਼ਾਬਤ ਆਖਦਾ ਹੈ ਕਿ ਬਹਾਦਰਾਂ ਨੇ 7.5 ਕੋਹ ਦੇ ਖੇਤਰ ਵਿੱਚ ਵੈਰੀ ਵੱਢ ਕੇ ਸੁੱਟ ਦਿੱਤੇ। ਇਉਂ ਜਾਪਦਾ ਸੀ ਜਿਵੇਂ ਕਾਫਰ ਹਜ਼ਰਤ ਅਲੀ ਅੱਗੇ ਭਾਂਜ ਜਾਂ ਹਾਰ ਖਾ ਗਏ ਹੋਣ। ਲੜਾਈ ਦੇ ਮੈਦਾਨ ਵਿੱਚ ਸੂਰਮੇ ਇਉਂ ਮਰ ਰਹੇ ਸਨ ਜਿਉਂ ਟੁੱਟੀ ਕਾਗ ਸੰਸਾਰਾ ਪਏ ਬਰੇਤਿਆਂ।
ਜਿਵੇਂ ਕਿ ਨਦੀ ਦੇ ਵਿੱਚ ਹੜ੍ਹ ਆਉਣ ਪਿੱਛੋਂ ਬਰੇਤਿਆਂ ਦੇ ਵਿੱਚ ਮਗਰਮੱਛ ਪਏ ਹੋਣ। ਕੱਲ ਤੇ ਨਾਰਦ ਗਾਰਾਂ ਛਪੇ ਮੌਤ ਥੀ। ਕੱਲ ਅਤੇ ਨਾਰਦ ਵੀ ਮੌਤ ਤੋਂ ਬਚਣ ਲਈ ਕੁੰਦਰਾਂ ਦੇ ਵਿੱਚ ਜਾ ਛੁਪੇ ਸਨ। ਕੱਲ ਅਤੇ ਨਾਰਦ ਲਹੂ ਪੀਣ ਵਾਲੀਆਂ ਸ਼ੌਕੀਨ ਸ਼ਕਤੀਆਂ ਸਨ। ਕਹਿੰਦੇ ਕੱਲ ਤੇ ਨਾਰਦ ਗਾਰਾਂ ਛਪੇ ਮੌਤ ਥੀ, ਪਰ ਇਜ਼ਰਾਈਲ ਨਸਾਰਾ ਖੁੱਲੇ ਮੂਲੇ ਲੱਦੀਆਂ। ਕਹਿੰਦੇ ਇਸ ਯੁੱਧ ਵਿੱਚ ਇੰਨਾ ਮੌਤਾਂ ਹੋਈਆਂ ਕਿ ਮੌਤ ਦਾ ਫਰਿਸ਼ਤਾ ਇਜ਼ਰਾਈਲ ਵੀ ਮਰੇ ਹੋਏ ਲੋਕਾਂ ਦੀ ਗਿਣਤੀ ਨਹੀਂ ਸੀ ਕਰ ਸਕਿਆ। ਇਸ ਤਰ੍ਹਾਂ ਇਸ ਵਿੱਚ ਨਜ਼ਾਬਤ ਕਰਨਾਲ ਦੀ ਲੜਾਈ ਦੀ ਜਿਹੜੀ ਤੁਲਨਾ ਹੈ ਉਹ ਕਾਫਰਾਂ ਦੀ ਹਜ਼ਰਤ ਅਲੀ ਦੇ ਨਾਲ ਹੋਈ ਲੜਾਈ ਦੇ ਨਾਲ ਤੁਲਨਾ ਕਰਦਾ ਹੈ। ਕਹਿੰਦੇ ਮਰੇ ਹੋਏ ਸੂਰਮਿਆਂ ਦੀ ਜਿਹੜੀ ਉਹ ਤੁਲਨਾ ਹੈ ਉਹ ਧਰਤੀ ਉੱਤੇ ਪਏ ਮਗਰਮੱਛਾਂ ਦੇ ਨਾਲ ਕੀਤੀ ਹੈ। ਅਫਜ਼ਲ ਕੁਲੀ ਮੈਦਾਨ ਵਿੱਚ ਦੋਵੇਂ ਮੁੱਛ ਸਵਾਰੇ, ਉਛੇੜ ਅਰਾਕੀ ਪਲਕਿਆਂ ਕਰਦਾ ਲਲਕਾਰੇ। ਹੋ ਸੱਜਿਓਂ ਮਿਰਜੇ ਨੂਰ ਬੇਗ ਨੂੰ ਆਣ ਪੁਕਾਰੇ, ਖਾ ਗੁੱਸਾ ਪਰਤਿਆ ਨੂਰ ਬੇਗ ਦਿਲ ਫਿਰੀ ਕਰਾਰੇ। ਜਿਉਂ ਵਿਗਸਿਆ ਹੋਇਆ ਮਾਰ ਤੇ ਹੱਡ ਸ਼ੇਰ ਚਾ ਮਾਰੇ। ਇਸ ਦੇ ਵਿੱਚ ਕਵੀ ਨਜ਼ਾਬਤ ਅਫਜ਼ਲ ਕੁਲੀ ਵੀ ਆਪਣੀਆਂ ਦੋਹਾਂ ਮੁੱਛਾਂ, ਅਫਜ਼ਲ ਕੁਲੀ ਮੈਦਾਨ ਵਿੱਚ ਦੋਵੇਂ ਮੁੱਛ ਸਵਾਰੇ, ਦੋਹਾਂ ਮੁੱਛਾਂ ਨੂੰ ਸੰਵਾਰਦਾ ਹੋਇਆ ਉਹ ਛੇੜ ਇਰਾਕੀ ਪਲਕਿਆਂ, ਇਰਾਕੀ ਨਸਲ ਦੇ ਘੋੜੇ ਨੂੰ ਛੇੜ ਕੇ ਲਲਕਾਰੇ ਮਾਰਦਾ ਹੋਇਆ ਰਣ ਭੂਮੀ ਦੇ ਵਿੱਚ ਕੁੱਦ ਪਿਆ। ਹੋ ਸੱਜਿਓਂ ਮਿਰਜੇ ਨੂਰ ਬੇਗ ਨੂੰ ਆਣ ਪੁਕਾਰੇ। ਉਸਨੇ ਸੱਜੇ ਪਾਸਿਓਂ ਅੱਗੇ ਵੱਧ ਕੇ ਨੂਰ ਬੇਗ ਨੂੰ ਲਲਕਾਰਿਆ। ਉਸਦੀ ਲਲਕਾਰ ਸੁਣ ਕੇ ਨੂਰ ਬੇਗ ਵੀ ਖਾ ਗੁੱਸਾ ਪਰਤਿਆ ਨੂਰ ਬੇਗ ਦਿਲ ਫਿਰੀ ਪੁਕਾਰੇ। ਨੂਰ ਬੇਗ ਵੀ ਗੁੱਸਾ ਖਾ ਕੇ ਉਸ ਵੱਲ ਮੁੜਿਆ ਤੇ ਉਹ ਅਫਜ਼ਲ ਵੱਲ ਜੋ ਵਿਰਸਿਆ ਹੋਇਆ ਮਾਰ ਤੇ ਹੱਡ ਸ਼ੇਰ ਚਾ ਮਾਰੇ। ਉਹ ਅਫਜ਼ਲ ਵੱਲ ਇਉਂ ਝਪੱਟਾ ਮਾਰ ਕੇ ਟੁੱਟ ਪਿਆ ਜਿਵੇਂ ਸ਼ੇਰ ਆਪਣੇ ਸ਼ਿਕਾਰ ਉੱਤੇ ਝਪਟਦਾ ਹੈ। ਉਹ ਜੁੱਟ ਪਏ ਦੋ ਸੂਰਮੇ ਰਣਕਾਗੇ ਹਾਰੇ, ਜਿਉਂ ਕ ਉੱਤੇ ਆਰ ਨੇ ਤਾਂ ਧਰੇ ਲੁਹਾਰੇ। ਉਹ ਮਾਰਨ ਸੱਟ ਵਦਾਨ ਵਾਂਗ ਹੋ ਪੱਬਾਂ ਭਾਰੇ, ਕਰ ਝੜ ਕੜਕ ਕੜਾਕ ਕੜਕ ਢਾਲੀ ਬਲਖਾਰੇ। ਕਵੀ ਨਜ਼ਾਬਤ ਆਖਦਾ ਹੈ ਕਿ ਅਫਜ਼ਲ ਕੁਲੀ ਤੇ ਨੂਰ ਬੇਗ ਦੋਵੇਂ ਹੀ ਦੋ ਸੂਰਮੇ ਦੋਵੇਂ ਹੀ ਰਣ ਭੂਮੀ ਦੇ ਵਿੱਚ ਡਟ ਗਏ। ਜਿਉਂ ਕਰ ਉੱਤੇ ਆਰ ਨੇ ਧਰੇ ਲੁਹਾਰੇ। ਕਹਿੰਦੇ ਲਲਕਾਰੇ ਮਾਰਦਿਆਂ ਹੋਇਆਂ ਉਹਨਾਂ ਦੇ ਗਲ ਵੀ ਬੈਠ ਗਏ, ਰਣਕਾਗੇ ਹਾਰੇ ਗਲ ਵੀ ਬੈਠ ਗਏ। ਇੱਕ ਦੂਜੇ ਉੱਤੇ ਵਾਰ ਕਰਨ ਤੇ ਵਾਰ ਝੱਲਣ ਦੇ ਲਈ ਇਉਂ ਤਿਆਰ ਜਾਪ ਰਹੇ ਸਨ ਜਿਵੇਂ ਦੋਵੇਂ ਸੂਰਮੇ ਇੱਕ ਦੂਜੇ ਉੱਤੇ ਵਾਰ ਵੀ ਇਉਂ ਕਰ ਰਹੇ ਸਨ ਜਿਵੇਂ ਗਰਮ ਲੋਹੇ 'ਤੇ ਸੱਟ ਮਾਰਨ ਵਾਲਾ ਪੱਬਾਂ ਭਾਰ ਹੋ ਕੇ ਸੱਟ ਮਾਰਦਾ ਹੈ। ਕਰ ਝੜ ਕੜਕ ਕੜਾਕ ਕੜਕ ਡਾਲੀ ਬਲਖਾਰੇ। ਇਸ ਤਰ੍ਹਾਂ ਦੇ ਵਾਰਾਂ ਸਦਕੇ ਢਾਲਾਂ ਦੇ ਵਿੱਚੋਂ ਕੜਕ ਕੜਕ ਦੀਆਂ ਆਵਾਜ਼ਾਂ ਆ ਰਹੀਆਂ ਸਨ। ਹੱਥੇ ਰਹੀਆਂ ਗੱਡੀਆਂ ਉੱਡ ਗਏ ਕਿਨਾਰੇ, ਫੁੱਲ ਡਾਲਾਂ ਦੇ ਝੜ ਪਏ ਕੋਕਿਤ ਕਿਨਾਰੇ। ਕਵੀ ਨਜ਼ਾਬਤ ਕਹਿੰਦਾ ਕਿ ਅਫਜ਼ਲ ਕੁਲੀ ਤੇ ਨੂਰ ਬੇਗ ਦੋਵੇਂ ਹੀ ਰਣ ਭੂਮੀ ਦੇ ਵਿੱਚ ਡਟ ਗਏ। ਉਹਨਾਂ ਦੇ ਹੱਥ ਵਿੱਚ ਫੜੀਆਂ ਹੋਈਆਂ ਤਲਵਾਰਾਂ ਕੜਕ ਕੜਾਕ ਕਰਕੇ ਵੱਜ ਰਹੀਆਂ ਸਨ। ਜਦੋਂ ਢਾਲਾਂ ਦੇ ਉੱਤੇ ਜਾ ਵੱਜਦੀਆਂ ਤਾਂ ਢਾਲਾਂ ਸੂਰਮਿਆਂ ਦੇ ਵਾਰਾਂ ਨਾਲ ਟੁੱਟ ਕੇ ਕੇਵਲ ਮੁੱਠਾਂ ਦੇ ਵਿੱਚ ਹੀ ਹੱਥਾਂ ਵਿੱਚ ਹੀ ਰਹਿ ਗਈਆਂ ਸਨ। ਜੋ ਆਤਿਸ਼ਬਾਜ਼ਾਂ ਫੂਕਿਆਂ ਫੁੱਲ ਚੜੀ ਅਨਾਰੇ, ਉਹ ਚੱਪਾ ਚੱਲ ਨਹੀਂ ਜਾਣਦੇ ਹਨ ਵੱਡੇ ਹੁਸ਼ਿਆਰੇ। ਉਹਨਾਂ ਦੇ ਕਿਨਾਰੇ ਸੱਟਾਂ ਵੱਜ ਵੱਜ ਕੇ ਝੜ ਗਏ। ਇਹ ਡਿੱਗਦੇ ਹੋਏ ਇਉਂ ਜਾਪ ਰਹੇ ਸਨ ਜਿਵੇਂ ਆਤਿਸ਼ਬਾਜ਼ਾਂ ਨੇ ਫੁੱਲ ਝੜੀਆਂ ਅਤੇ ਅਨਾਰ ਚਲਾਏ ਹੋਣ ਅਤੇ ਉਹਨਾਂ ਵਿੱਚੋਂ ਅੱਗ ਦੇ ਫੁੱਲ ਜੇ ਝੜ ਰਹੇ ਹੋਣ। ਕਵੀ ਕਹਿੰਦਾ ਹੈ ਕਿ ਉਹਨਾਂ ਦੋਵਾਂ ਵਿੱਚੋਂ ਕੋਈ ਵੀ ਰੱਤਾ ਭਰ ਪਿਛਾਂਹ ਹਟਣ ਦੇ ਲਈ ਤਿਆਰ ਨਹੀਂ ਸੀ। ਹਨ ਵੱਡੇ ਹੁਸ਼ਿਆਰੇ, ਉਹ ਬੜੇ ਜ਼ਾਲਮ ਸਨ, ਪਰ ਵੇਖ ਰਜ਼ਾ ਖੁਦਾ ਦੀ ਕੌਣ ਜਿੱਤੀ ਹਾਰੀ। ਕਹਿੰਦੇ ਰੱਬ ਦੀ ਮਰਜ਼ੀ ਵੇਖੋ ਉਹਨਾਂ ਵਿੱਚੋਂ ਕੌਣ ਜਿੱਤਦਾ ਹੈ ਅਤੇ ਕੌਣ ਹਾਰਦਾ ਹੈ। ਨਾਰਦ ਤੁਬਕ ਵਜੁੱਤੀਆਂ ਸਾਰੇ ਦਾਣੇ ਘੜੀ ਫਿਰੰਗ ਦੇ। ਕਵੀ ਨਜ਼ਾਬਤ ਆਖਦਾ ਹੈ ਕਹਿੰਦੇ ਦੋਹਾਂ ਧਿਰਾਂ ਦੇ ਸੂਰਮੇ ਰਣ ਭੂਮੀ ਵਿੱਚ ਗਰਜ ਰਹੇ ਸਨ ਅਤੇ ਨਾਦਰ ਸ਼ਾਹ ਨੇ ਵੀ ਬੰਦੂਕ ਫੜ ਲਈ ਅਤੇ ਇਸ ਬੰਦੂਕ ਦਾ ਲੋਹਾ ਸਾਰ ਦਾਣੇ ਘੜੀ ਫਿਰੰਗ ਦੇ, ਸਾਰ ਹੁੰਦਾ ਲੋਹਾ,
ਦਾਨੇ ਸਿਆਣੇ। ਕਹਿੰਦੇ ਇਸ ਬੰਦੂਕ ਦਾ ਲੋਹਾ ਫਿਰੰਗ ਯੂਰਪ ਦਾ ਰਹਿਣ ਵਾਲਾ ਸਿਆਣਾ ਕਾਰੀਗਰ। ਕਹਿੰਦੇ ਇਸ ਬੰਦੂਕ ਦਾ ਲੋਹਾ ਯੂਰਪ ਦੇ ਸਿਆਣੇ ਕਾਰੀਗਰਾਂ ਦਾ ਘੜਿਆ ਹੋਇਆ ਸੀ। ਉਹਦੀ ਮਾਂ ਕਲ ਅਤੇ ਪਿਓ ਨਾਰਦ। ਇਸ ਬੰਦੂਕ ਦੀ ਮਾਂ ਕਲ ਸੀ ਅਤੇ ਪਿਓ ਨਾਰਦ ਅਤੇ ਖੜੱਪੇ ਸੱਪ ਦੀ ਭੈਣ ਸੀ। ਉਹ ਅੜੇ ਨਜ਼ਰਾਂ ਬਖਤਰਾਂ ਰਤ ਪੀਂਦੀ ਮੋਲ ਨ ਸੰਗਦੀ। ਇਸ ਦੀ ਗੋਲੀ ਨੂੰ ਜਰੇ ਬਖਤਾਵਰ ਵੀ ਨਹੀਂ ਸਨ ਰੋਕ ਸਕਦੇ। ਉਹ ਦੁਸ਼ਮਣਾਂ ਦਾ ਲਹੂ ਪੀਣ ਲੱਗਿਆਂ ਬਿਲਕੁਲ ਵੀ ਨਹੀਂ ਸੀ ਸ਼ਰਮਾਉਂਦੀ। ਸੰਗਨਾ ਸ਼ਰਮਾਉਣਾ ਉਸ ਧਰ ਤਲੀ 'ਤੇ ਵੱਡੀਆਂ ਛੇੜ ਪਿੱਠ ਦੀਆਂ ਤੋਂ ਰੰਜਦੀ ਨਜ਼ਾਬਤ ਗੱਲਾਂ ਅਗਲੀਆਂ ਵੱਡੀ ਗੋਟ ਮਾਰੀ ਸ਼ਤਰੰਜ ਦੀ। ਇਸ ਤਰ੍ਹਾਂ ਨਾਦਰ ਸ਼ਾਹ ਈਰਾਨੀ ਨੇ ਬੰਦੂਕ ਤਲੀ 'ਤੇ ਟਿਕਾ ਕੇ ਚਲਾਈ। ਇਸ ਵਿੱਚੋਂ ਨਿਕਲੀ ਗੋਲੀ ਖਾਨ ਦੋਰਾ ਦੇ ਨੂੰ ਜਾ ਕੇ ਸਿੱਧੀ ਲੱਗੀ ਅਤੇ ਘੋੜੇ ਤੋਂ ਥੱਲੇ ਡਿੱਗ ਪਿਆ। ਉਸ ਤਰਤਲੀ 'ਤੇ ਵੱਡੀਆਂ ਛੇੜ ਪਿੱਠ ਦੀਆਂ ਤੁਰੰਜ ਦੀ। ਕਹਿੰਦੇ ਨਜ਼ਾਬਤ ਅੱਗੇ ਆਖਦਾ ਕਿ ਅੱਗੇ ਜੋ ਵੀ ਨਜ਼ਾਬਤ ਗੱਲਾਂ ਅਗਲੀਆਂ ਵੱਡੀ ਗੋਟ ਮਾਰੀ ਸ਼ਤਰੰਜ ਦੀ। ਅੱਗੇ ਜੋ ਵੀ ਹੋਵੇਗਾ ਉਸ ਨੂੰ ਰੱਬ ਜਾਣਦਾ ਹੈ। ਪਰ ਇਸ ਵੇਲੇ ਤਾਂ ਨਾਦਰ ਸ਼ਾਹ ਨੇ ਖਾਨ ਦੋਰਾ ਨੂੰ ਮਾਰ ਗਿਰਾਇਆ ਹੈ। ਇਹ ਜਿੱਤ ਉਸ ਲਈ ਇੰਨੀ ਵੱਡੀ ਪ੍ਰਾਪਤੀ ਸੀ ਜਿਵੇਂ ਕਿ ਕਿਸੇ ਸ਼ਤਰੰਜ ਦੇ ਖਿਡਾਰੀ ਨੇ ਆਪਣੇ ਵਿਰੋਧੀ ਦੀ ਕੋਈ ਵੱਡੀ ਗੋਟ ਮਾਰ ਲਈ ਹੋਵੇ। ਇਹ ਸੀ ਨਜ਼ਾਬਤ ਦੀ ਵਾਰ, ਨਾਦਰ ਸ਼ਾਹ ਦਾ ਸਿਰਲੇਖ, ਕਰਨਾਲ ਦੀ ਲੜਾਈ, ਜੋ ਦੋ ਧਿਰਾਂ ਦੇ ਵਿਚਕਾਰ ਹੁੰਦੀ ਹੈ। ਇੱਕ ਧਿਰ ਹੈ ਨਾਦਰ ਸ਼ਾਹ ਈਰਾਨੀ ਅਤੇ ਦੂਜੇ ਪਾਸੇ ਹੈ ਮੁਹੰਮਦ ਸ਼ਾਹ ਰੰਗੀਲਾ। ਇਹਨਾਂ ਦੋਹਾਂ ਧਿਰਾਂ ਦੇ ਵਿਚਕਾਰ ਲੜਾਈ ਦਾ ਜਿਹੜਾ ਸਥਾਨ ਹੈ ਉਹ ਹੈ ਕਰਨਾਲ। ਕਰਨਾਲ ਦੇ ਮੈਦਾਨ ਵਿੱਚ ਇਸ ਲੜਾਈ ਦਾ ਵਰਣਨ ਜੋ ਪੇਸ਼ ਕੀਤਾ ਗਿਆ ਹੈ। ਧੰਨਵਾਦ।